ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਸਵਾਲ ਸੀਗਾ। ਇੱਕ ਭੈਣ ਜੀ ਨੇ ਬੜੀ ਪਿਆਰੀ ਰੂਹ ਆ, ਅਤੇ ਉਹਨਾਂ ਦਾ ਸਵਾਲ ਸੀਗਾ ਕਿ ਅਸੀਂ ਉਹਨਾਂ ਨੇ ਕਿਤੋਂ ਸੁਣਿਆ ਸੀਗਾ, ਕਿਸੇ ਗੁਰਸਿੱਖ ਦੇ ਬਚਨ ਸੁਣੇ ਸੀਗੇ ਕਿ ਸਾਨੂੰ ਇੱਥੋਂ ਜਾਣ ਦੀ ਤਿਆਰੀ ਜ਼ਰੂਰ ਕਰ ਲੈਣੀ ਚਾਹੀਦੀ ਆ, ਜਾਂ ਇੱਥੋਂ ਜਾਣ ਦੀ ਤਿਆਰੀ ਕਿਵੇਂ ਕਰ ਸਕਦਾ ਕੋਈ। ਅਤੇ ਇਸ ਬਾਰੇ ਥੋੜ੍ਹਾ ਜਿਹਾ ਡਿਸਕਸ਼ਨ ਕਰਨ ਲਈ ਉਹਨਾਂ ਨੇ ਕਿਹਾ ਸੀਗਾ। ਵੇਖੋ, ਦੋ ਚੀਜ਼ਾਂ ਨੇ ਅਤੇ ਦੋ ਹੀ ਚਾਲਾਂ ਨੇ। ਇੱਕ ਚਾਲ ਉਹ ਆ ਜਿਹੜੀ ਚਾਲ ਸੰਸਾਰੀ ਆ, ਇੱਕ ਚਾਲ ਉਹ ਆ ਜਿਹੜੀ ਭਗਤਾਂ ਦੀ ਚਾਲ ਆ। ਅਤੇ ਇੱਕ ਚਾਲ ਦੇ ਵਿੱਚ ਤਿਆਰੀ ਇੱਥੇ ਰਹਿਣ ਦੀ ਆ, ਭਾਵੇਂ ਉਹਨੂੰ ਪਤਾ ਆ ਕਿ ਸਦਾ ਨਹੀਂ ਰਹਿਣਾ, ਪਰ ਫਿਰ ਵੀ ਤਿਆਰੀ ਰਹਿਣ ਦੀ ਹੀ ਆ। ਅਤੇ ਇੱਕ ਪਾਸੇ ਭਗਤ ਆ ਜਿਹਦੀ ਤਿਆਰੀ ਹਮੇਸ਼ਾ ਹੀ ਜਾਣ ਦੀ ਆ, ਰਹਿ ਰਿਹਾ ਆ, ਪਰ ਉਹਨੂੰ ਪਤਾ ਮੈਂ ਪ੍ਰਾਹੁਣਾ ਆ। ਫਿਰ ਉਹਦੀ ਹਰ ਇੱਕ ਐਕਟੀਵਿਟੀ ਜਿਹੜੀ ਆ, ਹਰ ਇੱਕ ਹਰਕਤ ਜਿਹੜੀ ਆ ਉਹਦੀ, ਉਹ ਇੱਥੋਂ ਜਾਣ ਦੀ ਤਿਆਰੀ 'ਚ ਲੱਗ ਜਾਂਦੀ, ਕਿਉਂਕਿ ਉਹਨੂੰ ਪਤਾ ਆ ਇਹ ਮੇਰਾ ਘਰ ਨਹੀਂ। ਸਾਰੇ ਕਾਰਜ ਵੀ ਕਰਦਾ ਆ, ਸਭ ਨਾਲ ਪਿਆਰ ਆ, ਸਭ ਨਾਲ ਪ੍ਰੇਮ ਆ, ਸੰਸਾਰੀ ਕਾਰਜ ਹਰ ਇੱਕ ਕਰ ਰਿਹਾ ਹੈ, ਪਰ ਫਿਰ ਵੀ ਉਹਨੂੰ ਕਿਤੇ ਨਾ ਕਿਤੇ ਪਤਾ ਆ ਕਿ ਮੇਰੇ ਹਰ ਕਾਰਜ ਦੇ ਵਿੱਚ ਇੱਕ ਤਿਆਰੀ ਬਣੀ ਹੋਈ ਹੈ ਇੱਥੋਂ ਜਾਣ ਦੀ। ਤੁਸੀਂ ਨੋਟ ਕਰਿਓ, ਆਪਾਂ ਕਦੀ ਕਿਸੇ ਦੇ ਘਰ 'ਚ ਚਲ ਜਾਂਦੇ ਹਾਂ ਨਾ ਪ੍ਰਾਹੁਣੇ ਬਣ ਕੇ, ਜਾਂ ਸੋਚੋ ਤੁਹਾਡੇ ਕਾਲਜ ਦਾ, ਸਕੂਲ ਦਾ, ਜਾਂ ਕਿਤੇ ਵੀ ਤੁਸੀਂ ਗਏ ਹੋ, ਉੱਥੇ ਤੁਹਾਡਾ ਲਾਸਟ ਡੇ ਆ। ਹੁਣ ਮੰਨ ਲਓ 100 ਡੇਜ਼ ਦੇ ਲਈ ਤੁਸੀਂ ਉੱਥੇ ਸੀਗੇ, ਅਤੇ ਸਾਰੇ ਬਾਕੀ ਦੇ ਦਿਨ ਜੋ ਜਿੱਦਾਂ ਤੁਸੀਂ ਰਹਿਣ ਸਹਿਣ ਦੇ ਵਿੱਚ ਹੋ ਨਾ ਬਾਕੀ ਦਿਨਾਂ ਦੇ ਵਿੱਚ, ਉਹਦੇ ਨਾਲੋਂ ਲਾਸਟ ਡੇ ਤੁਹਾਡਾ ਥੋੜ੍ਹਾ ਜਿਹਾ ਅਲੱਗ ਹੋਊਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਕਿਹੜਾ ਇੱਥੇ ਰਹਿਣਾ ਹੈ। ਫਿਰ ਤੁਹਾਡੀ ਚਾਲ ਬਦਲ ਜਾਊਗੀ, ਤੁਹਾਡਾ ਇੰਟਰਸਟ ਘੱਟ ਜਾਊਗਾ। ਤੁਹਾਨੂੰ ਪਤਾ ਆ ਕਿ ਮੈਂ ਤਾਂ ਇੱਥੇ ਰਹਿਣਾ ਨਹੀਂ। ਫਿਰ ਇੱਕ ਤਾਂ ਤੁਸੀਂ ਕਿਸੇ ਨਾਲ ਲੜੋਗੇ ਨਹੀਂ, ਕਿ ਲੜ ਕੇ ਨਹੀਂ ਜਾਣਾ ਯਾਰ, ਪ੍ਰੇਮ ਵੰਡ ਕੇ ਜਾਣਾ, ਤੁਹਾਡੀ ਚਾਲ ਹੀ ਬਦਲ ਜਾਊਗੀ। ਫਿਰ ਤੁਹਾਡਾ ਮਨ ਉਸ ਸਭ 'ਚੋਂ ਬਾਹਰ ਨਿਕਲ ਕੇ ਸੋਚੂਗਾ ਕਿ ਨਹੀਂ, ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਆ, ਇਹ ਮੇਰਾ ਘਰ ਹੀ ਨਹੀਂ ਆ। ਫਿਰ ਹਰ ਇੱਕ ਹਰਕਤ, ਹਰ ਇੱਕ ਐਕਟੀਵਿਟੀ ਉਸ ਢੰਗ ਦੇ ਨਾਲ ਕਰੂਗਾ ਕਿ ਮੈਂ ਇੱਥੋਂ ਜਾਣਾ ਆ। ਨਾ ਫਿਰ ਉਹ ਝੂਠ ਬੋਲ ਕੇ ਜਾਣਾ ਚਾਹੂਗਾ, ਨਾ ਕਿਸੇ ਨੂੰ ਧੋਖਾ ਦੇ ਕੇ ਜਾਣਾ ਚਾਹੂਗਾ, ਨਾ ਕਿਸੇ ਨਾਲ ਫਰੇਬ ਕਰਕੇ ਜਾਣਾ ਚਾਹੂਗਾ। ਬਸ ਇਹੀ ਕੰਸੈਪਟ ਪੂਰੀ ਲਾਈਫ ਦੇ ਵਿੱਚ ਗੁਰਸਿੱਖ ਇਹਦੇ 'ਤੇ ਹੀ ਚੱਲਦਾ। ਜੇ ਕੋਈ ਉਹਦੇ ਤੋਂ ਮਾਫੀ ਮੰਗਦਾ ਨਾ, ਉਹ ਦੇ ਦਿੰਦਾ। ਉਹਨੂੰ ਪਤਾ ਇੱਥੇ ਸਦਾ ਨਹੀਂ ਰਹਿਣਾ, ਕੀ ਫਾਇਦਾ ਗੁੱਸੇ ਗਿਲੇ 'ਚ ਰਹਿ ਕੇ। ਉਹ ਲੋਭੀ ਨਹੀਂ ਹੁੰਦਾ, ਉਹਨੂੰ ਪਤਾ ਮੈਂ ਤਾਂ ਜਾਣਾ ਹੀ ਆ। ਕੀ ਕਰਨਾ ਲੋਭ ਦੇ ਨਾਲ ਧਨ ਖੱਟ ਕੇ, ਜਾਂ ਕਿਸੇ ਲਾਲਚ ਵਸ ਆ ਕੇ ਆਪਣੀ ਰੂਹ ਨੂੰ ਮੈਲਾ ਕਿਉਂ ਕਰਨਾ। ਮੈਂ ਤਾਂ ਜਾਣਾ ਹੀ ਆ ਬਸ। ਜੇ ਕਿਸੇ ਨੇ 4 ਗੱਲਾਂ ਸੁਣਾ ਵੀ ਦਿੱਤੀਆਂ, ਸਹਿ ਜਾਂਦਾ ਉਹਨੂੰ ਪਤਾ ਹੀ ਆ ਮੈਂ ਕਿਹੜਾ ਰਹਿਣਾ ਇੱਥੇ, ਕੋਈ ਗੱਲ ਨਹੀਂ, ਕੋਈ ਪਤਾ ਨਹੀਂ ਕਦੋਂ ਸਾਹ ਨਿਕਲ ਜਾਣਾ, ਕਾਹਦੇ ਗੁੱਸੇ ਕਾਹਦੇ ਗਲੇ। ਚੱਲ 4 ਗੱਲਾਂ ਸੁਣ ਲਈਆਂ ਨਾ, ਕੋਈ ਗੱਲ ਨਹੀਂ, ਤੇਰਾ ਵੀ ਭਲਾ ਹੋਵੇ।
ਉਹ ਵਾਹਿਗੁਰੂ ਨੂੰ ਅਰਦਾਸ ਹੀ ਕਰ ਦਿੰਦਾ ਕਿ ਹੇ ਵਾਹਿਗੁਰੂ, ਮੈਨੂੰ ਤਾਂ ਤੂੰ ਸੋਝੀ ਬਖਸ਼ੀ ਆ, ਮੈਨੂੰ ਤਾਂ ਪਤਾ ਹੈ ਕਿ ਮੈਂ ਜਾਣਾ ਆ ਇੱਥੋਂ, ਫਿਰ ਕਿਉਂ ਲੜਨਾ, ਕਾਹਦੇ ਗੁੱਸੇ ਗਿਲੇ। ਸਾਹਮਣੇ ਵਾਲੇ ਨੂੰ ਨਹੀਂ ਪਤਾ, ਤੂੰ ਉਹਦਾ ਵੀ ਭਲਾ ਕਰੀ, ਉਹਨੂੰ ਵੀ ਮਿਹਰ ਬਖਸ਼, ਆਪਣਾ ਨਾਮ ਜਪਾਈ। ਫਿਰ ਇੱਦਾਂ ਦੀ ਬਿਰਤੀ ਉਹਦੀ ਹੋ ਜਾਂਦੀ ਹੈ। ਅਤੇ ਜਿਹਨੇ ਦੂਜੇ ਪਾਸੇ ਉਹਦੀ ਵਿਕਾਰੀ ਬੰਦੇ ਦੀ ਹਰ ਇੱਕ ਚਾਲ ਹੀ ਇੱਥੇ ਰਹਿਣ ਦੀ ਹੈ। ਲੋਭ ਰੂਪੀ ਧਨ ਇਕੱਠਾ ਕਰ ਰਿਹਾ। ਇਹ ਨਹੀਂ ਕਿ ਗੁਰਸਿੱਖ ਨਹੀਂ ਧਨ ਇਕੱਠਾ ਕਰਦਾ, ਉਹ ਭਾਵੇਂ ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਉਹਨੂੰ ਲੋਭ ਤਾਂ ਵੀ ਨਹੀਂ ਹੁੰਦਾ। ਧਨ ਦੇ ਉੱਪਰ ਉਹਨੂੰ ਕੋਈ ਹੰਕਾਰ ਨਹੀਂ ਹੈ ਉਸ ਚੀਜ਼ ਦਾ, ਭਾਵੇਂ ਜਿੰਨਾ ਮਰਜ਼ੀ ਆ, ਭਾਵੇਂ ਨਹੀਂ ਵੀ ਹੈਗਾ ਤਾਂ ਫਿਰ ਚਿੰਤਾ ਵੀ ਨਹੀਂ ਆ। ਉਹ ਬੈਲੈਂਸ ਰੱਖਿਆ ਉਹਨੇ। ਜਦੋਂ ਧਨ ਉਹਦੇ ਕੋਲ ਆਉਂਦਾ ਹੈ ਨਾ, ਉਹ ਦੇਖਦਾ ਉਹਨੂੰ, ਕਦੀ ਕਦੀ ਤੇ ਧਨ ਨਾਲ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਵੀ ਤੂੰ ਜੇ ਨਾ ਵੀ ਰਹੇਗਾ ਨਾ ਤੇ ਮੇਰਾ ਗੁਰੂ ਹੈਗਾ, ਤੇਰੇ ਤੇ ਟੇਕ ਨਹੀਂ ਆ ਮੇਰੀ। ਕੈਸੀ ਬਿਰਤੀ ਆ ਭਗਤ ਦੀ, ਸੁੱਚੀ ਸੱਚੀ। ਸੋ ਹੁਣ ਦੂਜੇ ਪਾਸੇ ਦੇਖੋ, ਲਾਲਚ ਵਸ ਆ ਕੇ ਕਿਸੇ ਦਾ ਹੱਕ ਖੋਣਾ ਇਸ ਗੱਲ ਦਾ ਸੰਕੇਤ ਆ ਕਿ ਸਭ ਮੇਰਾ ਹੋ ਜੇ, ਤੇ ਉਸ ਗੱਲ ਦਾ ਚੇਤਾ ਹੀ ਨਹੀਂ ਵੀ ਭਾਈ ਤੇਰਾ ਰਹਿਣਾ ਹੀ ਨਹੀਂ। ਇਹਦਾ ਕੀ ਮਤਲਬ ਆ ਕਿ ਨੀਂਹ ਜਿਹੜੀ ਆ ਉਹ ਇੱਥੇ ਰਹਿਣ ਲਈ ਆ। ਭਾਵੇਂ ਮਨ ਨੂੰ ਪਤਾ ਹੈ ਕਿ ਜਾਣਾ ਆ, ਫਿਰ ਵੀ ਸਵੀਕਾਰ ਨਹੀਂ ਕਰ ਰਿਹਾ। ਤੇ ਸਭ ਤੋਂ ਉੱਚੀ ਤਿਆਰੀ ਜਿਹੜੀ ਆ ਨਾ ਇੱਥੋਂ ਜਾਣ ਦੀ, ਉਹ ਆ ਨਾਮ। ਜੇ ਨਾਮ ਪੱਲੇ ਆ ਨਾ ਤੇ ਗੁਰਸਿੱਖ ਸਦਾ ਹੀ ਤਿਆਰ ਆ, ਤਿਆਰ ਬਰ ਤਿਆਰ। ਉਹਨੂੰ ਸੁੱਤੇ ਨੂੰ ਉਠਾ ਕੇ ਲੈ ਜਾਓ ਵੀ ਚੱਲ ਤੇਰਾ ਟਾਈਮ ਖਤਮ, ਉਹਨੂੰ ਕੋਈ ਪਰਵਾਹ ਨਹੀਂ। ਕੋਈ ਵੀ ਕਾਰਜ ਕਰ ਰਿਹਾ ਆ, ਸੇਵਾ ਰੂਪ 'ਚ ਕਰ ਰਿਹਾ। ਹੁਣ ਮੰਨ ਲਓ ਕੋਈ ਭਗਤ ਆ, ਸੇਵਾ ਕਰ ਰਿਹਾ ਹੈ, ਲੰਗਰ ਦੀ ਸੇਵਾ ਕਰੀ ਜਾ ਰਿਹਾ ਤੇ ਗੁਰੂ ਨੂੰ ਆਵਾਜ਼ ਲਗਾ ਦੇਵੇ ਕਿ ਭਾਈ ਆਈ ਜਰਾ, ਉਹਨੇ ਛੱਡ ਕੇ ਉਸੇ ਵੇਲੇ ਆ ਜਾਣਾ ਕਿ ਮੇਰਾ ਗੁਰੂ ਬੁਲਾ ਰਿਹਾ ਹੈ। ਪਰ ਜੇ ਉਹ ਸੇਵਾ ਰੂਪ 'ਚ ਕਰ ਰਿਹਾ ਤਾਂ ਜਾਊਗਾ। ਤੇ ਜੇ ਕੋਈ ਵਿਕਾਰੀ ਆ, ਕੋਈ ਦੁਨਿਆਵੀ ਆ, ਉਹ ਆਪਣਾ ਕੋਈ ਦੁਨਿਆਵੀ ਕੰਮ ਕਰ ਰਿਹਾ ਤੇ ਉਹਨੂੰ ਛੱਡਣ 'ਚ ਮੁਸ਼ਕਿਲ ਹੋਊਗੀ, ਕਿਉਂਕਿ ਮੋਹ ਆ। ਹੁਣ ਮੌਤ ਸਿਰ 'ਤੇ ਖੜੀ ਹੋਵੇ, ਉਹਦਾ ਜਾਣ ਦਾ ਦਿਲ ਹੀ ਨਹੀਂ, ਉਹਦੇ ਦਿਲ 'ਚ ਖਵਾਹਿਸ਼ਾਂ ਹੀ ਇੰਨੀਆਂ ਜ਼ਿਆਦੀਆਂ ਆ, ਸੋਚਾਂ ਦੇ ਵਿੱਚ ਘਿਰ ਜਾਣਾ ਉਹਨੇ। ਮੌਤ ਸਾਹਮਣੇ ਖੜੀ ਆ, ਉਹਨੇ ਸੋਚਾਂ 'ਚ ਘਿਰ ਜਾਣਾ, ਮੇਰਾ ਤਾਂ ਅਜੇ ਆਹ ਵੀ ਕੰਮ ਪਿਆ ਸੀ, ਅਜੇ ਤਾਂ ਮੇਰੇ ਬੱਚੇ ਇੱਦਾਂ ਆ, ਅਜੇ ਤਾਂ ਮੇਰਾ ਆਹ ਕੰਪਲੀਟ ਨਹੀਂ ਹੋਇਆ। ਸੋ ਉਹ ਸਦਾ ਹੀ ਭਰਮ 'ਚ ਆ, ਤਿਆਰ ਨਹੀਂ ਆ। ਉਹ ਬੇਸਿਕਲੀ ਕੀ ਹੈ, ਉਹ ਤਿਆਰ ਨਹੀਂ ਆ। ਤੇ ਗੁਰਸਿੱਖ ਸਦਾ ਹੀ ਤਿਆਰੀ 'ਚ ਆ, ਭਾਣੇ 'ਚ ਆ। ਜੇ ਉਹਨੇ ਬੱਚੇ ਵੀ ਪਾਲਣੇ ਆ ਨਾ, ਉਹਨੇ ਇਹ ਸੋਚ ਕੇ ਪਾਲਣੇ ਆ ਕਿ ਜਦੋਂ ਤੱਕ ਮੇਰੀ ਡਿਊਟੀ ਆ ਪਾਲ ਲਊਂਗਾ, ਉਸ ਤੋਂ ਬਾਅਦ ਮੈਂ ਕੀ ਕਰ ਸਕੂੰਗਾ, ਕੁਛ ਵੀ ਨਹੀਂ। ਜਿੰਨੇ ਸਾਹ ਬਖਸ਼ਿਆ ਇਹਨਾਂ ਪ੍ਰਾਣੀਆਂ ਨੂੰ, ਆਪੇ ਪਾਲੂਗਾ ਵੀ। ਉਹ ਬੇਫਿਕਰ ਹੋ ਕੇ ਰਹਿੰਦਾ, ਉਹਦੀ ਮੰਗ 'ਚ ਵੀ ਸਦਾ ਇਹੀ ਰਹਿੰਦਾ, ਇਹ ਵਾਹਿਗੁਰੂ ਜੇ ਕੁਛ ਦੇਣਾ ਹੈ ਤੇ ਮੇਰੇ ਤੋਂ ਨਿਭਾ ਲਵੇਂ, ਬਾਕੀ ਅੱਗੇ ਤੇਰੀ ਇੱਛਾ। ਹਰ ਚੀਜ਼ ਉਹਨੇ ਵਾਹਿਗੁਰੂ 'ਤੇ ਸੁੱਟੀ ਹੁੰਦੀ ਹੈ, ਹਮੇਸ਼ਾ ਤਿਆਰ ਬਰ ਤਿਆਰ ਜਾਣ ਲਈ। ਸੋ ਸਭ ਤੋਂ ਉੱਤਮ ਕਾਰਜ ਕੀ ਆ, ਜੇ ਅਸੀਂ ਤਿਆਰ ਹੋਣਾ ਹੈ, ਜੇ ਇਹ ਸਭ ਤੋਂ ਪਿੱਛਾ ਛਡਾਉਣਾ ਹੈ, ਅੰਦਰੋਂ ਖਾਲਸੇ ਬਣਨਾ ਹੈ, ਤੇ ਸਭ ਤੋਂ ਉੱਤਮ ਕਾਰਜ ਆ ਵਾਹਿਗੁਰੂ ਜਾਪ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਵਾਹਿਗੁਰੂ ਜਾਪ ਹੀ ਇੱਕ ਨੀਂਹ ਆ, ਇੱਕ ਬੇਸਿਕ ਚੀਜ਼ ਆ। ਇਸੇ ਨੇ ਪਾਰ ਲਾਉਣਾ।
ਤੇ ਹਰ ਵੇਲੇ ਜਪਣਾ ਹੈ। ਜਿਉਂ-ਜਿਉਂ ਜਪੀ ਜਾਓਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਿਉਂ-ਤਿਉਂ ਰੂਹ ਅੰਦਰੋਂ ਸਾਫ਼ ਹੁੰਦੀ ਜਾਊ। ਤੁਹਾਨੂੰ ਅਹਿਸਾਸ ਹੋਊਗਾ ਕਿ ਮੇਰੇ ਅੰਦਰੋਂ ਕੂੜ ਸਾਫ਼ ਹੋ ਰਿਹਾ। ਇਹ ਚੀਜ਼ ਦੱਸੀ ਨਹੀਂ ਜਾ ਸਕਦੀ, ਇਹ ਮਾਣਨ ਵਾਲੀ ਚੀਜ਼ ਹੈ। ਤੁਸੀਂ ਸ਼ੁਰੂ ਕਰੋ, ਆਪਣੇ ਆਪ ਅੰਦਰੋਂ ਤੁਹਾਨੂੰ ਮਹਿਸੂਸ ਹੋਊਗਾ ਕਿ ਮੇਰੇ ਅੰਦਰੋਂ ਕੂੜ ਬਾਹਰ ਨੂੰ ਜਾ ਰਿਹਾ, ਸਫਾਈ ਹੋ ਰਹੀ ਹੈ ਅੰਦਰੋਂ। ਤੇ ਕੋਈ ਕੀਮਤੀ ਚੀਜ਼ ਆਪਣੇ ਭਾਂਡੇ 'ਚ ਪਾਉਣੀ ਹੋਵੇ ਤੇ ਸਫਾਈ ਜ਼ਰੂਰੀ ਹੈ ਨਾ, ਤਾਂ ਹੀ ਉਹਦਾ ਪਈ ਦਾ ਫਾਇਦਾ ਨਾ। ਜੇ ਕੂੜ ਵੀ ਲੱਗਾ ਰਿਹਾ ਤੇ ਫਿਰ ਗੱਲ ਨਹੀਂ ਬਣਦੀ। ਜਿਉਂ-ਜਿਉਂ ਜਪੀ ਜਾਓਗੇ ਰੂਹ ਇੱਕਮਿਕ ਹੁੰਦੀ ਜਾਊ, ਸੰਸਾਰ ਦਾ ਪ੍ਰਭਾਵ ਘਟਦਾ ਜਾਊ, ਨਾਮ ਮਿੱਠਾ ਲੱਗੂਗਾ। ਬਾਣੀ ਦੇ ਅਰਥ ਬਿਨਾਂ ਦੇਖੇ ਹੀ ਐਸੇ ਸਮਝ ਆਉਣਗੇ ਜਿਹੜੇ ਤੁਸੀਂ ਕਦੀ ਸੁਣੇ ਹੀ ਨਹੀਂ। ਇੱਦਾਂ ਲੱਗੂਗਾ ਕਿ ਇਹ ਅਰਥ ਉੱਥੋਂ ਆ ਰਹੇ ਜਿੱਥੋਂ ਬਾਣੀ ਆਈ ਆ। ਅਰਥ ਵੀ ਬਾਣੀ ਲੱਗਣੇ ਸ਼ੁਰੂ ਹੋ ਜਾਣਗੇ ਤੇ ਉਹੋ ਜਿਹੇ ਕੋਈ ਕਰ ਵੀ ਨਹੀਂ ਸਕੂਗਾ। ਖੁਦ ਦੀ ਸੰਗਤ ਦੇ ਨਾਲ ਪ੍ਰੇਮ ਪਊਗਾ। ਜਿਉਂ-ਜਿਉਂ ਜਪੋਗੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋਗੇ, ਖੁਦ ਦੀ ਸੰਗਤ ਨਾਲ ਪ੍ਰੇਮ ਪਊਗਾ। ਫਿਰ ਕੋਈ ਦੁਖੀ ਨਹੀਂ ਕਰ ਪਾਊਗਾ ਤੁਹਾਨੂੰ, ਕੋਈ ਝੂਠੀ ਖੁਸ਼ੀ ਨਹੀਂ ਦੇ ਪਾਊਗਾ। ਇੱਕ ਹੁੰਦਾ ਨਾ ਝੂਠਾ ਖੁਸ਼ ਕਰਕੇ ਕਿਸੇ ਨੂੰ ਆਪਣੇ ਵੱਲ ਕਰ ਲੈਣਾ, ਫਰੇਬ ਕੋਈ ਨਹੀਂ ਕਰ ਸਕੂਗਾ ਮਾਇਆ ਦੇ ਕੇ। ਮਾਇਆ ਪੈਸੇ ਨਹੀਂ, ਭਾਵ ਚਾਰ ਗੱਲਾਂ ਕਰਕੇ ਕੋਈ ਭਰਮਾ ਨਹੀਂ ਸਕੂਗਾ ਤੁਹਾਨੂੰ, ਕਿਉਂਕਿ ਸੱਚ ਅੰਦਰ ਘਰ ਕਰ ਚੁੱਕਿਆ। ਸਹੀ ਕੀ ਆ ਗਲਤ ਕੀ ਆ ਸਭ ਦੀ ਜਾਣਕਾਰੀ ਅੰਦਰੋਂ ਸਤਿਗੁਰ ਆਪ ਦੇ ਰਿਹਾ। ਸਤਿਗੁਰ ਹੀ ਡਾਇਰੈਕਟਰ ਬਣਿਆ ਆ ਅੰਦਰ ਦਾ। ਹਰ ਨਿਰਦੇਸ਼ ਜਿਹੜਾ ਆ ਉਹ ਸਤਿਗੁਰੂ ਤੋਂ ਆ ਰਿਹਾ। ਫਿਰ ਉਹਨੂੰ ਕੋਈ ਕੀ ਭਰਮਾਊਗਾ ਜਿਹਦਾ ਡਾਇਰੈਕਟਰ ਹੀ ਸਤਿਗੁਰੂ ਆਪ ਆ। ਪੂਰਾ ਗੁਰ ਮੇਟਿਓ ਪਰਮ ਅੰਧੇਰਾ, ਪੂਰਾ ਗੁਰ ਮੇਟਿਓ ਪਰਮ ਅੰਧੇਰਾ। ਗੁਰੂ ਨੇ ਹਨੇਰਾ ਹੀ ਮੁਕਾਤਾ ਉਹਦਾ। ਸੱਚ ਦੀ ਖੁਸ਼ਬੂ ਆਊਗੀ ਫਿਰ ਕਿਰਦਾਰ 'ਚੋਂ। ਤੁਹਾਡੀਆਂ ਇੰਦਰੀਆਂ, ਅੱਖਾਂ, ਕੰਨ, ਜ਼ੁਬਾਨ ਉਹ ਵੀ ਨਾਮ 'ਚ ਰੰਗੀ ਜਾਊਗੀ। ਅਥਾਹ ਪ੍ਰੇਮ ਵਰਤੂਗਾ ਪਿਆਰੇ ਲਈ। ਫਿਰ ਜਦੋਂ ਕਿਤੇ ਕੰਮ ਕਰਦੇ ਵੀ ਜਾਂ ਕੁਛ ਵੀ ਕਰਦੇ ਹਾਂ, ਜੇ ਕੋਈ ਤੁੱਕ ਕੰਨਾਂ 'ਚ ਪੈ ਗਈ ਇੱਕ ਤੀਰ ਵਾਂਗੂ ਵੱਜੂਗੀ ਅੰਦਰੋਂ। ਫਿਰ ਜਿਵੇਂ ਗੁਰਮਤਿ ਰੂਪੀ ਝਰਨਾ ਫੁੱਟਦਾ ਨਾ, ਇੱਦਾਂ ਫਿਰ ਉਹ ਨਾਮ ਬਣ ਕੇ ਵਾਹਿਗੁਰੂ ਤੁਹਾਡੇ ਅੰਦਰ ਵਰਤੂਗਾ। ਹਰ ਪਲ ਧਿਆਨ ਗੁਰੂ 'ਚ ਹੈ। ਮਨ ਦੇ ਨਾਲ ਫਿਰ ਤਨ 'ਤੇ ਵੀ ਅਸਰ ਹੋ ਰਿਹਾ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਮਨ ਤਨ ਦੋਨੇ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਅੱਖਾਂ ਵੀ ਫਿਰ ਜਿਸ ਚੀਜ਼ ਵੱਲ ਵੀ ਦੇਖਣਗੀਆਂ ਉਹ ਤੁਹਾਨੂੰ ਨਾਮ ਹੀ ਲੱਗਣਾ ਸ਼ੁਰੂ ਹੋ ਜਾਣਾ। ਜਾਨਵਰ ਕੀ, ਮਨੁੱਖ ਕੀ, ਪੰਛੀ, ਥੱਲੇ ਜ਼ਮੀਨ 'ਤੇ ਤੁਰਦੀ ਕੀੜੀ ਵੀ ਤੁਹਾਨੂੰ ਨਾਮ ਦੇਈ ਜਾਊਗੀ। ਹੈਰਾਨੀ ਵਾਲੀ ਗੱਲ ਹੈ ਨਾ। ਇਹ ਜੀਵ ਜੰਤੂ, ਕੀੜੇ ਮਕੌੜੇ ਕਿੱਦਾਂ ਤੁਹਾਨੂੰ ਨਾਮ ਦੇ ਸਕਦੇ, ਪਰ ਦੇਣਗੇ। ਮੰਨ ਲਓ ਤੁਸੀਂ ਆਕਾਸ਼ 'ਚ ਦੇਖ ਰਹੇ ਹੋ, ਅੰਦਰ ਗੁਰੂ ਗੁਰੂ ਚੱਲ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੈ। ਬੜਾ ਰਸਨਾ ਭਿੱਜੀ ਆ ਨਾਮ 'ਚ। ਅੱਖਾਂ ਵੀ ਮਸਤ ਹੋਈਆਂ ਪਈਆਂ ਨੇ ਉਹਦੇ ਪ੍ਰੇਮ 'ਚ, ਭਾਣੇ 'ਚ। ਹੋਰ ਕੋਈ ਮੰਗ ਹੈ ਹੀ ਨਹੀਂ ਉਹਦੇ ਕੋਲ, ਬਸ ਵਾਹਿਗੁਰੂ ਦੇ ਨਾਲ ਹੀ ਇੱਕਮਿਕ ਹੋਈ ਹੋਈ ਹੈ। ਤੇ ਅੱਖਾਂ ਦੇਖ ਰਹੀਆਂ ਆਕਾਸ਼ ਵੱਲ। ਆਕਾਸ਼ 'ਚ ਬਾਜ ਉੱਡ ਰਿਹਾ, ਉਹਨੂੰ ਦੇਖ ਰਹੀਆਂ। ਕਦੀ ਬਾਜ ਥੱਲੇ ਆ ਜਾਂਦਾ, ਕਦੀ ਉੱਪਰ ਚਲ ਜਾਂਦੇ ਆ ਬਾਜ। ਤੇ ਜਦੋਂ ਬਾਜ ਥੱਲੇ ਆ ਤੇ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰਦਾ
ਤੇ ਕਿੱਦਾਂ ਬੜੀ ਤੇਜ਼ੀ ਨਾਲ ਆਪਣੇ ਪੰਖ ਜਿਹੜੇ ਆ ਉਹ ਲਹਿਰਾਉਂਦਾ ਹੈ, ਫੈਲਾਉਂਦਾ ਹੈ। ਤੇ ਫਿਰ ਜਦੋਂ ਉੱਪਰ ਪਹੁੰਚ ਜਾਂਦਾ ਫਿਰ ਉੱਥੇ ਨਹੀਂ ਉਹ ਪੰਖ ਫੜਫੜਾਉਂਦਾ, ਉੱਥੇ ਫਿਰ ਜਿਵੇਂ ਉਹ ਹਵਾ 'ਚ ਤੈਰ ਰਿਹਾ ਹੋਵੇ। ਇਹਨਾਂ ਸਭ ਐਕਟੀਵਿਟੀਜ਼ ਦੇ ਵਿੱਚੋਂ ਹੀ ਉਹਨੂੰ ਨਾਮ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਉਹ ਫਿਰ ਦੇਖਦਾ ਕਿ ਜਦੋਂ ਮੈਂ ਵੀ ਸਟਾਰਟਿੰਗ 'ਚ ਗੁਰੂ ਗੁਰੂ ਜਪਦਾ ਸੀ, ਵਾਹਿਗੁਰੂ ਵਾਹਿਗੁਰੂ ਜਪਦਾ ਸੀ, ਮੈਂ ਵੀ ਮਾਇਆ 'ਚ ਘਿਰਿਆ ਰਹਿੰਦਾ ਸੀਗਾ, ਮੈਨੂੰ ਵੀ ਡਿੱਗਣ ਦਾ ਡਰ ਹੁੰਦਾ ਸੀਗਾ, ਮੈਂ ਵੀ ਇੱਦਾਂ ਹੀ ਫੜਫੜਾਉਂਦਾ ਸੀਗਾ, ਕਦੀ ਬਿਰਤੀ ਡਾਊਨ ਕਦੀ ਅਪ, ਇੱਦਾਂ ਹੀ ਰਹਿੰਦਾ ਸੀਗਾ। ਪਰ ਮੈਂ ਅਰਦਾਸਾਂ ਕਰ ਕਰਕੇ ਨਾਮ ਜਪ ਕੇ ਜਦੋਂ ਐਨ ਉਚਾਈ 'ਤੇ ਪਹੁੰਚ ਗਿਆ, ਫਿਰ ਨਾਮ 'ਚ ਤਾਰੀ ਲਾਉਂਦਾ ਹੈ। ਫਿਰ ਉੱਥੇ ਡਿੱਗਣ ਦਾ ਡਰ ਨਹੀਂ, ਉੱਥੇ ਫਿਰ ਉਹਨੂੰ ਪੰਖ ਜਿਹੜੇ ਆ ਉਹ ਲਹਿਰਾਉਣੇ ਵੀ ਨਹੀਂ ਪੈਣਦੇ। ਬੜੀ ਸੁਖਾਵੀਂ ਨਿਰੰਤਰ ਅਲੌਕਿਕ ਚਾਲ ਆ ਉਹਦੀ। ਫਿਰ ਨਾਮ ਰੂਪੀ ਹਵਾ ਦੇ ਵਿੱਚ ਤੈਰ ਰਿਹਾ, ਫਿਰ ਉੱਥੇ ਉਹ ਸੱਚੀ ਪਾਤਸ਼ਾਹੀ ਆ ਉੱਥੇ। ਫਿਰ ਜਿਵੇਂ ਬਾਜ ਵਰਗਾ ਕੋਈ ਹੋਰ ਪਰਿੰਦਾ ਉਸ ਟਾਈਮ ਉੱਥੇ ਨਹੀਂ ਹੁੰਦਾ ਨਾ, ਜਿੰਨੀ ਉਚਾਈ 'ਤੇ ਬਾਜ਼ ਜਾ ਰਿਹਾ, ਜਿਸ ਢੰਗ ਨਾਲ ਬਾਜ਼ ਹਵਾ 'ਚ ਉੱਡਦਾ, ਕੋਈ ਪ੍ਰਾਣੀ ਐਸਾ ਨਹੀਂ, ਕੋਈ ਜੀਵ ਜੰਤੂ ਐਸਾ ਨਹੀਂ ਉੱਥੇ। ਉੱਦਾਂ ਹੀ ਭਗਤ ਵੀ ਫਿਰ ਉਸੇ ਚਾਲ 'ਚ ਹੀ ਉੱਥੇ ਤੈਰਦਾ। ਸੋ ਇਹਨਾਂ ਛੋਟੀਆਂ ਘਟਨਾਵਾਂ 'ਚ ਉਹਨੂੰ ਨਾਮ ਮਿਲਣਾ ਸ਼ੁਰੂ ਹੋ ਜਾਂਦਾ। ਰਾਹ ਜਾਂਦਾ ਕੀੜਾ ਵੀ ਉਹਨੂੰ ਕੁਛ ਨਾ ਕੁਛ ਸਿਖਾ ਦਿੰਦਾ। ਇਹ ਸਭ ਕਿੱਥੋਂ ਪੈਦਾ ਹੋ ਰਿਹਾ? ਜਾਪ ਤੋਂ, ਵਾਹਿਗੁਰੂ ਜਾਪ ਤੋਂ। ਤੇ ਪਿਆਰਿਓ, ਕਈ ਸੱਜਣ ਇਹ ਕਹਿ ਦਿੰਦੇ ਆ, ਬੜਾ ਹੀ ਸੌਖਾ ਜਿਹਾ ਕਹਿ ਦਿੰਦੇ ਆ ਕਿ ਇਹ ਤਾਂ ਰਿਪੀਟੇਸ਼ਨ ਆ। ਪਿਆਰਿਓ, ਰਿਪੀਟੇਸ਼ਨ ਉਦੋਂ ਬਣਨੀ ਆ ਜਦੋਂ ਪਿੱਛੇ ਕੁਛ ਨਹੀਂ, ਉਹਦੇ ਪਿੱਛੇ ਤੁਹਾਡੀ ਭਾਵਨਾ ਆ, ਪਿੱਛੇ ਤੁਹਾਡਾ ਪਿਆਰ ਆ। ਜਦੋਂ ਤੁਸੀਂ ਪ੍ਰੇਮ 'ਚ ਕਹਿਣਾ ਆ, ਬੇਨਤੀਆਂ 'ਚ ਕਹਿਣਾ ਆ, ਵਾਹਿਗੁਰੂ ਇੱਕ ਪੁਕਾਰ 'ਚ ਕਹਿਣਾ ਆ, ਇਸੇ ਜਾਪ ਨੇ ਇੱਕ ਦਿਨ ਨਾਮ ਬਣ ਜਾਣਾ। ਸੋ ਵਿਸ਼ਵਾਸ ਕਰਕੇ ਜਪਣਾ। ਫਿਰ ਕੋਈ ਲਾਲਸਾ ਅੰਦਰ ਨਹੀਂ ਰਹਿਣੀ। ਉਹ ਫਿਰ ਸਾਰੇ ਸੰਸਾਰ ਵੱਲ ਦੇਖਦਾ, ਆ ਰਹੇ ਨੇ ਜਾ ਰਹੇ ਨੇ, ਆ ਰਹੇ ਨੇ ਜਾ ਰਹੇ ਨੇ, ਹਰ ਕੋਈ ਅਧੂਰਾ ਹੀ ਵਾਪਸ ਜਾ ਰਿਹਾ। ਤੇ ਜਦੋਂ ਵੀ ਤਕਰੀਬਨ ਕੋਈ ਜਾ ਰਿਹਾ ਨਾ, ਆਪਣੇ ਦੁਨਿਆਵੀ ਕੰਮ ਨੂੰ ਅਧੂਰਾ ਛੱਡ ਕੇ ਜਾ ਰਿਹਾ। ਭਾਵ ਪਤਾ ਹੀ ਨਹੀਂ ਕਦੋਂ ਸਾਹ ਰੁਕ ਰਹੇ ਆ। ਤੇ ਗੁਰਸਿੱਖ ਫਿਰ ਭਰਮ 'ਚੋਂ ਬਾਹਰ ਆ ਜਾਂਦਾ। ਇਹ ਸਭ ਦੇਖਦਾ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਕਿ ਜਦੋਂ ਮੈਂ ਜਾਊਂਗਾ ਨਾ, ਮੈਂ ਅਧੂਰਾ ਹੋ ਕੇ ਨਹੀਂ ਜਾਣਾ, ਮੈਂ ਪੂਰਾ ਹੋ ਕੇ ਜਾਣਾ, ਬੇਪਰਵਾਹ ਹੋ ਕੇ ਜਾਣਾ, ਨਾਮ ਜਪਦੇ ਨੇ ਜਾਣਾ। ਕਿਉਂਕਿ ਅੰਦਰ ਕੋਈ ਖਾਹਿਸ਼ ਹੀ ਨਹੀਂ ਬਚੀ। ਇੱਕ ਹੀ ਖਾਹਿਸ਼ ਸੀ ਉਹਦੀ ਕਿ ਮੈਂ ਉਸ ਵਾਹਿਗੁਰੂ ਦਾ ਹੋ ਜਾਵਾਂ। ਤੇ ਉਸੇ 'ਚ ਹੀ ਤਿਆਰੀ ਉਹਦੀ ਪੂਰੀ ਹੋ ਗਈ। ਤੇ ਪਿਆਰੇ ਵੇ, ਸੱਚ ਵੀ ਹੈ, ਇਹ ਘਰ ਸਾਡਾ ਹੈ ਹੀ ਨਹੀਂ, ਅਸਲ ਘਰ ਨਹੀਂ ਹੈ ਸਾਡਾ। ਹੈ ਚਿੰਤਾ ਉਹਦੀ ਕਰੀਏ ਜਿੱਥੇ ਇੱਕ ਪਹਿਲਾਂ ਵੀ ਤੁਕ ਗੁਰੂ ਸਾਹਿਬ ਨੇ ਕਹਿਲਵਾਈ ਸੀ ਪਿਛਲੀ ਰਿਕਾਰਡਿੰਗ 'ਚ ਵੀ, ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਸੋ ਚਿੰਤਾ ਉਹਦੀ ਕਰੀਏ ਜਿੱਥੇ ਅਸੀਂ ਸਦਾ ਲਈ ਵਸਣਾ। ਜਦੋਂ ਇਹ ਗੱਲ ਸਮਝ ਆ ਗਈ ਨਾ, ਫਿਰ ਇੱਥੇ ਰਹਿਣ ਦਾ ਦਿਲ ਵੀ ਨਹੀਂ ਕਰਨਾ। ਫਿਰ ਇੱਥੇ ਜਿੰਨਾ ਚਿਰ ਰਹੋਗੇ ਸੇਵਾ ਭਾਵ 'ਚ ਰਹੋਗੇ। ਕਿਸੇ ਨੂੰ ਪਾਣੀ ਦਾ ਗਲਾਸ ਵੀ ਫੜਾਓਗੇ ਤੇ ਸੇਵਾ ਰੂਪ 'ਚ ਫੜਾਓਗੇ। ਕਿਸੇ ਨਾਲ ਕੋਈ ਵੀ ਸਾਂਝ ਪਾਓਗੇ ਸੇਵਾ ਰੂਪ 'ਚ ਪਾਓਗੇ। ਵਿਕਾਰੀ ਸਾਂਝ ਪੈਣੀ ਹੀ ਨਹੀਂ, ਰਹਿਣਾ ਹੀ ਨਹੀਂ, ਇੱਥੇ ਚਲੇ ਜਾਣਾ। ਬਸ ਇਹੀ ਸੋਚੂਗਾ, ਸਭ ਨਾਲ ਪ੍ਰੇਮ 'ਚ ਵੀ ਰਹੂਗਾ। ਉਹ ਰਹਿਣਾ ਹੀ ਪ੍ਰੇਮ, ਉਹ ਬੰਦਾ ਰਹਿ ਹੀ ਪ੍ਰੇਮ 'ਚ ਸਕੂਗਾ। ਹੋਰ ਕੁਛ ਬਚਣਾ ਹੀ ਨਹੀਂ ਉਹਦੇ ਕੋਲ।
क्योंकि खाली नहीं मुड़ना चाहता वो। सो सब तो वड्डी तैयारी यही है कि तुहाडे अंदर नाम चलदा होवे। नाम ही तुहानूं त्यार बर त्यार बनाऊगा। सो ये सी त्यार बार त्यार होने की डेफिनेशन, इत्थों जाण की डेफिनेशन। गलतियां की माफ़ी। वाहिगुरू जी का खालसा, वाहिगुरू जी की फतेह।